ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਮਾਡਰਨ ਹਿਸਟਰੀ ਭਾਗ 10 ਅੱਜ ਦਾ ਟੌਪਿਕ ਹੈ ਜਿਹੜਾ ਭਾਰਤ ਦੇ ਵਾਇਸਰਾਏ ਸਟਾਰਟ ਕਰਾਂਗੇ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਵੀਡੀਓ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਕੱਲ੍ਹ ਜੋ ਲਾਰਡ ਡਲਹੌਜੀ ਦਾ ਟੌਪਿਕ ਚੱਲ ਰਿਹਾ ਸੀ ਉਹਦੇ ਕੁਝ ਪੁਆਇੰਟ ਬਾਕੀ ਨੇ। ਇਸ ਤੋਂ ਬਾਅਦ ਹੈ ਜੋ ਭਾਰਤ ਦੇ ਵਾਇਸਰਾਏ ਸਟਾਰਟ ਹੋ ਜਾਣਗੇ। ਤਾਂ ਇਹ 'ਤੇ 6ਵਾਂ ਪੁਆਇੰਟ ਸੀਗਾ 1856 ਵਿੱਚ ਅਵਧ ਨੂੰ ਕੁਸ਼ਾਸਨ ਦਾ ਆਰੋਪ ਲਗਾ ਕੇ ਅੰਗਰੇਜ਼ੀ ਜਿਹੜਾ ਰਾਜ ਸੀ ਉਹਦੇ ਵਿੱਚ ਮਿਲਾ ਲਿਆ ਸੀ। ਉਸ ਸਮੇਂ ਅਵਧ ਦਾ ਨਵਾਬ ਵਾਜਿਦ ਅਲੀ ਸ਼ਾਹ ਸੀਗਾ। 7ਵੇਂ ਨੰਬਰ 'ਤੇ ਵੁੱਡ ਡਿਸਪੈਚ ਆਉਂਦਾ ਜੋ ਸਿੱਖਿਆ ਦੇ ਸੁਧਾਰਾਂ ਸੰਬੰਧੀ 1854 ਵਿੱਚ ਹੋਇਆ ਸੀਗਾ। 8ਵਾਂ ਪੁਆਇੰਟ ਹੈ 1857 ਈਸਵੀ ਕਲਕੱਤਾ, ਮਦਰਾਸ ਅਤੇ ਬੰਬਈ ਵਿੱਚ ਇੱਕ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੀਤੀ ਗਈ ਅਤੇ ਨਾਲ ਹੀ ਹਰੇਕ ਦੇਸ਼ ਵਿੱਚ ਸਿੱਖਿਆ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀਗਾ। ਨੌਵਾਂ ਪੁਆਇੰਟ ਹੈ ਡਲਹੌਜੀ ਨੂੰ ਭਾਰਤ ਵਿੱਚ ਰੇਲਵੇ ਦਾ ਜਨਕ ਮੰਨਿਆ ਜਾਂਦਾ ਹੈ। ਇਸ ਸਮੇਂ ਭਾਰਤ ਵਿੱਚ ਪਹਿਲੀ ਰੇਲ 16 ਅਪ੍ਰੈਲ 1853 ਨੂੰ ਹੈ ਜਿਹੜੀ ਬੰਬਈ ਤੋਂ ਥਾਣੇ ਤੱਕ ਚੱਲੀ ਸੀ। ਦੂਰੀ ਸੀ ਇਹਦੀ 30 ਕਿਲੋਮੀਟਰ। 10ਵਾਂ ਪੁਆਇੰਟ ਹੈ 1854 ਈਸਵੀ ਵਿੱਚ ਨਵਾਂ ਪੋਸਟ ਆਫਿਸ ਐਕਟ ਸ਼ੁਰੂ ਕੀਤਾ ਗਿਆ। ਭਾਰਤ ਵਿੱਚ ਪਹਿਲੀ ਵਾਰ ਡਾਕ ਟਿਕਟ ਦਾ ਪ੍ਰਚਲਨ ਹੈ ਜੋ ਆਰੰਭ ਹੋਇਆ ਸੀਗਾ। 11ਵਾਂ ਪੁਆਇੰਟ ਹੈ ਇਸ ਨੇ ਭਾਰਤ ਵਿੱਚ ਪਹਿਲੀ ਵਾਰ ਸਰਵਜਨਿਕ ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ। ਲਾਰਡ ਡਲਹੌਜੀ ਬਾਰੇ ਅਸੀਂ ਗੱਲ ਕਰ ਰਹੇ ਹਾਂ। 12ਵਾਂ ਪੁਆਇੰਟ ਹੈ ਇਸ ਨੇ 1854 ਈਸਵੀ ਵਿੱਚ ਇੱਕ ਸੁਤੰਤਰ ਵਿਭਾਗ ਦੇ ਰੂਪ ਵਿੱਚ ਲੋਕ ਸੇਵਾ ਵਿਭਾਗ ਦੀ ਸਥਾਪਨਾ ਕੀਤੀ। 13ਵਾਂ ਪੁਆਇੰਟ ਹੈ ਤਾਰ ਸੇਵਾ। ਇਸ ਸਮੇਂ 1853 ਈਸਵੀ ਵਿੱਚ ਕਲਕੱਤਾ ਅਤੇ ਆਗਰੇ ਦੇ ਵਿਚਕਾਰ ਪਹਿਲੀ ਵਾਰ ਬਿਜਲੀ ਨਾਲ ਸੰਚਾਲਿਤ ਤਾਰ ਸੇਵਾ ਸੀ ਜਿਹੜੀ ਉਹ ਸਟਾਰਟ ਹੋਈ ਸੀ। 14ਵਾਂ ਪੁਆਇੰਟ ਹੈ ਸ਼ਿਮਲਾ ਨੂੰ ਇਸਨੇ ਜੋ ਗਰਮੀਆਂ ਦੀ ਰਾਜਧਾਨੀ ਬਣਾਇਆ। ਸਿਵਲ ਸਿੱਖਿਆ ਪ੍ਰੀਖਿਆਵਾਂ ਦੀ ਉਮਰ 18 ਤੋਂ 23 ਸਾਲ ਤੱਕ ਕਰ ਦਿੱਤੀ। ਸਤਿੰਦਰ ਨਾਥ ਟੈਗੋਰ ਨੇ ਪਹਿਲੀ ਵਾਰ ਹੈ ਜਿਹੜੀ ਉਹ ਸਿਵਲ ਪ੍ਰੀਖਿਆ ਪਾਸ ਕੀਤੀ ਸੀ। ਤਾਂ ਹੁਣ ਸਟਾਰਟ ਹੁੰਦੇ ਨੇ ਭਾਰਤ ਦੇ ਵਾਇਸਰਾਏ। ਪਹਿਲਾ ਸੀਗਾ ਲਾਰਡ ਕੈਨਿੰਗ 1856 ਤੋਂ 1862। ਲਾਰਡ ਕੈਨਿੰਗ ਭਾਰਤ ਵਿੱਚ ਕੰਪਨੀ ਦੁਆਰਾ ਨਿਯੁਕਤ ਅੰਤਿਮ ਗਵਰਨਰ ਜਨਰਲ ਅਤੇ ਭਾਰਤ ਦਾ ਪਹਿਲਾ ਵਾਇਸਰਾਏ ਸੀਗਾ। 1857 ਈਸਵੀ ਦਾ ਵਿਦਰੋਹ ਹੋਇਆ ਸੀ ਅਤੇ ਇਸ ਵਿਦਰੋਹ ਤੋਂ ਬਾਅਦ ਕੰਪਨੀ ਦੇ ਸ਼ਾਸਨ ਸਿੱਧਾ ਜਿਹੜਾ ਬ੍ਰਿਟਿਸ਼ ਸਰਕਾਰ ਕੋਲ ਚਲਾ ਗਿਆ ਸੀ। ਹਾਈ ਕੋਰਟ ਦੀ ਸਥਾਪਨਾ ਕੀਤੀ ਸੀ ਬੰਬੇ, ਕਲਕੱਤਾ ਅਤੇ ਮਦਰਾਸ ਵਿੱਚ। ਪੰਜਵਾਂ ਪੁਆਇੰਟ ਹੈ ਕੈਨਿੰਗ ਦੇ ਸਮੇਂ 1856 ਈਸਵੀ ਵਿੱਚ ਵਿਧਵਾ ਪੁਨਰਵਿਆਹ ਐਕਟ ਸੁਤੰਤਰ ਰੂਪ ਵਿੱਚ ਲਾਗੂ ਹੋਇਆ। 6ਵਾਂ ਪੁਆਇੰਟ ਹੈ ਭਾਰਤ ਸ਼ਾਸਨ ਅਧਿਨਿਯਮ 1858 ਈਸਵੀ ਦੇ ਤਹਿਤ ਮੁਗਲ ਸਮਰਾਟ ਦਾ ਅਹੁਦਾ ਖਤਮ ਕਰ ਦਿੱਤਾ। 7ਵਾਂ ਪੁਆਇੰਟ ਹੈ ਲੈਂਪਸ ਦੀ ਨੀਤੀ ਨੂੰ ਖਤਮ ਕਰ ਦਿੱਤਾ। 1861 ਈਸਵੀ ਵਿੱਚ ਇੰਡੀਅਨ ਐਕਟ ਦੀ ਸਥਾਪਨਾ ਕੀਤੀ ਗਈ। ਤਾਂ ਇਹ ਸਭ ਕੁਝ ਜਿਹੜਾ ਉਹ ਲਾਰਡ ਕੈਨਿੰਗ ਦੇ ਸਮੇਂ ਹੋਇਆ। ਅਗਲਾ ਹੈ ਲਾਰਡ ਐਲਗਿਨ 1862 ਤੋਂ 63, 1 ਸਾਲ ਦਾ ਸਮਾਂ ਸੀ, ਜ਼ਿਆਦਾ ਪੁਆਇੰਟ ਨਹੀਂ ਹੈ। ਇਸ ਸਮੇਂ ਵਹਾਬੀ ਅੰਦੋਲਨ ਦਾ ਦਮਨ ਕੀਤਾ ਗਿਆ ਸੀ ਅਤੇ 1863 ਵਿੱਚ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿੱਚ ਇਹਦੀ ਮੌਤ ਹੋ ਗਈ ਸੀ। ਅੱਗੇ ਲਾਰਡ ਮਿਊ 1869 ਤੋਂ 1872। ਪਹਿਲਾ ਪੁਆਇੰਟ ਹੈ ਅਜਮੇਰ ਵਿੱਚ 1872 ਈਸਵੀ ਵਿੱਚ ਮਿਊ ਕਾਲਜ ਦੀ ਸਥਾਪਨਾ ਕੀਤੀ। ਇਸ ਨੇ 1872 ਈਸਵੀ ਵਿੱਚ ਇੱਕ ਖੇਤੀ ਵਿਭਾਗ ਦੀ ਸਥਾਪਨਾ ਕੀਤੀ। ਤੀਸਰਾ ਪੁਆਇੰਟ ਹੈ ਇੱਕ ਅਫਗਾਨ ਨੇ 1872 ਵਿੱਚ ਚਾਕੂ ਮਾਰ ਕੇ ਇਹਦੀ ਭਾਰਤ ਵਿੱਚ ਹੀ ਹੱਤਿਆ ਕਰ ਦਿੱਤੀ ਸੀ। ਅਗਲਾ ਪੁਆਇੰਟ ਇਸ ਦਾ ਇਸ ਸਮੇਂ ਪਹਿਲੀ ਵਾਰ ਜਨਗਣਨਾ ਸੀ ਜਿਹੜੀ 1872 ਦੇ ਵਿੱਚ ਹੋਈ ਸੀ। ਤਾਂ ਲਾਰਡ ਮਿਊ ਦੇ ਸਮੇਂ ਹੋਈ ਸੀ ਪਹਿਲੀ ਵਾਰ ਜਨਗਣਨਾ, 1872 ਟਾਈਮ ਸੀ। ਅੱਗੇ ਆਉਂਦਾ ਗਾ ਲਾਰਡ ਲਿਟਨ
1876 ਤੋਂ 1880। ਪਹਿਲਾ ਪੁਆਇੰਟ ਹੈ, ਇਸ ਦੇ ਸਮੇਂ ਬੰਬਈ, ਮਦਰਾਸ, ਹੈਦਰਾਬਾਦ, ਪੰਜਾਬ, ਮੱਧ ਭਾਰਤ ਵਿੱਚ ਭਿਆਨਕ ਅਕਾਲ ਪਿਆ ਸੀ। ਲਿਟਨ ਨੇ ਰਿਚਰਡ ਸਟੇਚੀ ਦੀ ਅਗਵਾਈ ਵਿੱਚ ਇੱਕ ਅਕਾਲ ਆਯੋਗ ਦੀ ਸਥਾਪਨਾ ਕੀਤੀ ਸੀ। ਇੱਕ ਜਨਵਰੀ 1877 ਈਸਵੀ ਨੂੰ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਕੇਸਰ-ਏ-ਹਿੰਦ ਦੀ ਉਪਾਧੀ ਨਾਲ ਸਨਮਾਨਿਤ ਕਰਨ ਲਈ ਦਿੱਲੀ ਦਰਬਾਰ ਆਯੋਜਿਤ ਕੀਤਾ ਗਿਆ ਸੀਗਾ। ਚੌਥਾ ਪੁਆਇੰਟ ਹੈ, ਮਾਰਚ 1878 ਈਸਵੀ ਵਿੱਚ ਵਰਨਾਕੂਲਰ ਪ੍ਰੈਸ ਐਕਟ ਲਾਗੂ ਕਰਕੇ ਭਾਰਤ ਸਮਾਚਾਰ ਪੱਤਰਾਂ ਉੱਤੇ ਕਠੋਰ ਪ੍ਰਤੀਬੰਧ ਜਿਹੜੇ ਲਗਾ ਦਿੱਤੇ ਸੀਗੇ। ਪੰਜਵਾਂ ਪੁਆਇੰਟ ਹੈ, ਇਸ ਸਮੇਂ 1878 ਈਸਵੀ ਨੂੰ ਭਾਰਤੀ ਸ਼ਾਸਤਰ ਅਧਿਨਿਯਮ ਪਾਸ ਹੋਇਆ ਸੀ, ਜਿਹਦੇ ਤਹਿਤ ਸ਼ਾਸਤਰ ਰੱਖਣ ਅਤੇ ਵਪਾਰ ਕਰਨ ਦੇ ਲਈ ਲਾਇਸੈਂਸ ਜ਼ਰੂਰੀ ਕਰ ਦਿੱਤਾ ਸੀ। ਅਗਲਾ ਪੁਆਇੰਟ ਹੈ, ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਉਮਰ ਘਟਾਈ ਸੀ ਜਿਹੜੀ ਇਹਨਾਂ ਨੇ, ਉਹ 9 ਸਾਲ ਕਰ ਦਿੱਤੀ ਸੀ ਘਟਾ ਕੇ। 19 ਸਾਲ, ਇੱਥੇ 9 ਸਾਲ ਨਹੀਂ ਹੈ, 19 ਸਾਲ ਕਰ ਦਿੱਤੀ ਸੀ। 7ਵਾਂ ਪੁਆਇੰਟ ਹੈ, ਲਿਟਨ ਨੇ ਅਲੀਗੜ੍ਹ ਵਿੱਚ ਇੱਕ ਮੁਸਲਿਮ ਐਂਗਲੋ ਮਹਾਵਿਦਿਆਲਿਆ ਦੀ ਸਥਾਪਨਾ ਕੀਤੀ ਸੀ। ਅਗਲਾ ਆਉਂਦਾ ਹੈ ਲਾਰਡ ਰਿਪਨ, 1880 ਤੋਂ 84। 1882 ਵਿੱਚ ਵਰਨਾਕੂਲਰ ਪ੍ਰੈਸ ਐਕਟ ਨੂੰ ਖਤਮ ਕਰ ਦਿੱਤਾ ਸੀ। ਸਿਵਲ ਸੇਵਾਵਾਂ ਦੀ ਉਮਰ ਸੀ ਜਿਹੜੀ 19 ਤੋਂ 21 ਸਾਲ ਕਰ ਦਿੱਤੀ ਸੀ। ਇਹਦੇ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਨਿਯਮਿਤ ਰੂਪ ਵਿੱਚ ਜਨਗਣਨਾ ਕਰਵਾਈ ਗਈ ਸੀ, ਹਰ ਸਾਲ ਦੇ ਬਾਅਦ। ਰਿਪਨ ਨੇ 1881 ਵਿੱਚ ਪਹਿਲਾ ਕਾਰਖਾਨਾ ਅਧਿਨਿਯਮ ਲਾਇਆ ਸੀਗਾ। ਲਾਰਡ ਰਿਪਨ ਦਾ ਜਿਹੜਾ ਭਾਰਤੀਆਂ ਲਈ ਹਮਦਰਦੀ ਭਰਿਆ ਵਰਤਾਓ ਸੀਗਾ, ਭਾਰਤੀਆਂ ਨਾਲ ਇਹ ਹਮਦਰਦੀ ਰੱਖਦਾ ਸੀ। ਰਿਪਨ ਦੇ ਸਮੇਂ ਸਿੱਖਿਅਕ ਸੁਧਾਰਾਂ ਦੇ ਲਈ ਵਿਲੀਅਮ ਹੰਟਰ ਦੀ ਅਗਵਾਈ ਹੇਠ ਇੱਕ ਆਯੋਗ ਬਣਿਆ। 7ਵਾਂ ਪੁਆਇੰਟ ਹੈ, ਇਲਬਰਟਵਿਲ, 1883। ਲਾਰਡ ਡਰਫਿਨ ਆਉਂਦਾ ਅਗਲਾ ਵਾਇਸਰਾਏ, 1884 ਤੋਂ 1888। ਇਸ ਸਮੇਂ ਸੀ ਜਿਹੜਾ ਤੀਸਰਾ ਐਂਗਲੋ ਬਰਮਾ ਯੁੱਧ ਹੋਇਆ ਸੀਗਾ। ਕਾਂਗਰਸ ਦੀ ਸਥਾਪਨਾ 28 ਦਸੰਬਰ 1885 ਬੰਬਈ ਵਿੱਚ ਏ.ਯੂ. ਹਿਊਮ ਨੇ ਜੋ ਕੀਤੀ ਸੀਗੀ। ਇਸ ਸਮੇਂ ਬੰਗਾਲ ਟੈਨੇਸੀ ਐਕਟ, ਅਵਧ ਟੈਨੇਸੀ ਐਕਟ ਅਤੇ ਪੰਜਾਬ ਟੈਨੇਸੀ ਐਕਟ ਲਾਗੂ ਹੋਇਆ ਸੀਗਾ। ਅੱਗੇ ਆਉਂਦਾ ਗਾ ਲਾਰਡ ਲੈਂਸਡਾਊਨ, 1888 ਤੋਂ 94। (1891) ਵਿੱਚ ਦੂਸਰਾ ਕਾਰਖਾਨਾ ਅਧਿਨਿਯਮ ਲਾਇਆ ਗਿਆ ਸੀਗਾ, ਜਿਹਦੇ ਵਿੱਚ ਔਰਤਾਂ ਨੂੰ 11 ਘੰਟੇ ਪ੍ਰਤੀ ਦਿਨ ਤੋਂ ਅਧਿਕ ਕੰਮ ਕਰਨ ਉੱਤੇ ਪ੍ਰਤੀਬੰਧ ਲਗਾ ਦਿੱਤਾ ਅਤੇ ਨਾਲ ਹੀ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਵਿਵਸਥਾ ਰੱਖੀ ਗਈ। ਅਗਲਾ ਆਉਂਦਾ ਲਾਰਡ ਕਰਜ਼ਨ, 1899 ਤੋਂ 1905। ਇਹਦਾ ਪਹਿਲਾ ਪੁਆਇੰਟ ਹੈ, 1904 ਈਸਵੀ ਵਿੱਚ ਭਾਰਤੀ ਵਿਸ਼ਵ ਵਿਦਿਆਲਿਆ ਅਧਿਨਿਯਮ ਪਾਸ ਕੀਤਾ ਗਿਆ। ਕਲਕੱਤਾ ਵਿੱਚ ਵਿਕਟੋਰੀਆ ਮੈਮੋਰੀਅਲ ਹਾਲ ਦਾ ਨਿਰਮਾਣ ਕਰਵਾਇਆ ਗਿਆ। ਬੰਗਾਲ ਦੀ ਵੰਡ ਹੋਈ 1905 ਦੇ ਵਿੱਚ। ਇਸ ਤੋਂ ਬਾਅਦ ਹੁੰਦਾ ਲਾਰਡ ਮਿੰਟੋ ਦੂਜਾ, 1905 ਤੋਂ 1910। ਇਸ ਸਮੇਂ ਆਗਾ ਖਾਂ ਅਤੇ ਸਲੀਮ ਉਲਾ ਖਾਂ ਨੇ ਢਾਕਾ ਵਿੱਚ 1906 ਈਸਵੀ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਕੀਤੀ। ਦੂਸਰਾ ਪੁਆਇੰਟ ਹੈ, 1907 ਈਸਵੀ ਦੇ ਕਾਂਗਰਸ ਦੇ ਸੂਰਤ ਅਧਿਵੇਸ਼ਨ ਵਿੱਚ ਕਾਂਗਰਸ ਦਾ ਵਿਭਾਜਨ ਹੋ ਗਿਆ। ਤੀਸਰਾ ਪੁਆਇੰਟ ਹੈ, ਮੁਸਲਮਾਨਾਂ ਦੇ ਲਈ ਅਲੱਗ ਚੋਣ ਵਿਵਸਥਾ ਮਿੰਟੋ ਮਾਰਲੇ ਜਾਂ ਮਾਰਲੇ ਮਿੰਟੋ ਸੁਧਾਰ ਅਧਿਨਿਯਮ 1909 ਦੇ ਦੁਆਰਾ ਕਰਵਾਈ ਗਈ। ਸੋ ਗਾਇਜ਼, ਇਹ ਅਗਲੇ ਪਾਰਟ ਵਿੱਚ ਅਗਲੇ ਭਾਰਤ ਦੇ ਵਾਇਸਰਾਏ ਸੀ। ਜੋ ਬਾਕੀ ਰਹਿੰਦੇ ਉਹ ਅਸੀਂ ਅਗਲੇ ਭਾਗ ਵਿੱਚ ਪ੍ਰੋਵਾਈਡ ਕਰਾਂਗੇ, ਕਿਉਂਕਿ ਵੀਡੀਓ ਜ਼ਿਆਦਾ ਲੌਂਗ ਨਹੀਂ ਬਣਾ ਸਕਦੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਇਸ ਤੋਂ ਪਿਛਲਾ ਵਾਲਾ ਭਾਗ ਉੱਪਰ ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਧੰਨਵਾਦ ਜੀ।